ਦੁਆਬਾ ਦੀ ਸਿਆਸਤ ਵਿੱਚ ਬਹੁਤ ਸਾਰੇ ਨੇਤਾ ਆਪਣਾ ਆਪਣਾ ਪ੍ਰਭਾਵ ਰੱਖਦੇ ਹੈ। ਖਾਸ ਤੌਰ 'ਤੇ ਡਿਸਟ੍ਰਿਕਟ ਜਲੰਧਰ ਦੇ ਵਿੱਚ ਇੱਕ ਐਸੀ ਸ਼ਖਸੀਅਤ ਵੀ ਹੈ ਜਿਹੜੀ ਦਲਿਤ ਲੀਡਰ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕਰਕੇ ਔਰ ਬੜੇ ਵੱਡੇ ਗੁਰੂਆਂ ਤੋਂ ਸਿੱਖਿਆ ਲੈ ਕੇ ਅੱਜ ਦੁਆਬੇ ਦੀ ਦਲਿਤ ਸਿਆਸਤ ਦਾ ਇੱਕ ਬਹੁਤ ਮਜ਼ਬੂਤ ਫੇਸ, ਇੱਕ ਆਈਕਨ ਦੇ ਤੌਰ 'ਤੇ ਮੰਨਿਆ ਜਾਂਦਾ ਹੈ। ਔਰ ਉਹ ਪ੍ਰਭਾਵਸ਼ਾਲੀ ਵੀ ਨੇ ਔਰ ਵਿਵਾਦਸ਼ਾਲੀ ਵੀ ਨੇ। ਮੇਰੀ ਮੁਰਾਦ ਹਲਕਾ ਆਦਮਪੁਰ ਦੇ 2 ਵਾਰ ਜਿੱਤੇ MLA ਪਵਨ ਕੁਮਾਰ ਟੀਨੂ ਜੀ ਤੋਂ ਹੈ। ਨੌਜਵਾਨ ਨੇ, ਅੱਛੀ ਸੋਚ ਰੱਖਣ ਵਾਲੇ ਹੈ ਔਰ ਸਭ ਤੋਂ ਵੱਡੀ ਇਹਨਾਂ ਦੀ ਜਿਹੜੀ ਖਾਸੀਅਤ ਹੈ ਉਹ ਹੈ ਕਿ ਇਹਨਾਂ ਦੀ ਜਿਹੜੀ ਸਿਆਸੀ ਸਪਸ਼ਟ ਨੀਤੀ ਹੈ ਉਹਦੇ ਵਿੱਚ ਕਦੀ ਲੀਡਰ ਵਾਂਗੂ ਗੋਲ-ਮੋਲ ਗੱਲ ਨਹੀਂ ਕਰਦੇ। ਆਓ ਸਵਾਗਤ ਕਰਦੇ ਹਾਂ ਆਪਣੇ ਦੋਸਤ, ਆਪਣੇ ਸਟੇਟ ਦੇ ਇੱਕ ਅੱਛੇ ਲੀਡਰ ਪਵਨ ਟੀਨੂ ਜੀ ਦਾ। ਪਵਨ ਟੀਨੂ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਟੀਨੂ ਸਾਹਿਬ, ਪ੍ਰਦੇਸ਼ ਦੀ ਸਿਆਸਤ ਜਿਹੜੀ ਹੈ ਉਹ ਅਗਲੇ ਸਾਲ ਇੱਕ ਹੋਰ ਮੋੜ ਕੱਟਣ ਜਾ ਰਹੀ ਹੈ ਜਦੋਂ 2022 ਦਾ ਇਲੈਕਸ਼ਨ ਹੈ। ਤੁਸੀਂ ਕੀ ਸਮਝਦੇ ਹੋ ਕਿ ਜੋ ਪ੍ਰਦੇਸ਼ ਦੇ ਵਿੱਚ ਸਿਆਸੀ ਗਤੀਵਿਧੀਆਂ ਚੱਲ ਰਹੀਆਂ ਉਹ ਉਸ ਮੁਕਾਮ ਤੱਕ ਪਹੁੰਚਦੇ ਕੀ ਰੰਗ ਲੈ ਸਕਦੀਆਂ, ਕੀ ਰੂਪ ਲੈ ਸਕਦੀਆਂ? ਦੇਖੋ, ਹੁਣ ਤਾਂ ਸਮਝ ਲਓ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਹੈ। ਲੋਕਾਂ ਨੇ ਕਾਂਗਰਸ ਦੀ ਸਰਕਾਰ 2017 'ਚ ਬਹੁਤ ਨਾਰੇ ਘਰ ਘਰ ਨੌਕਰੀ, ਹੋਰ ਇੱਦਾਂ ਦੇ ਬੜੇ ਜਿਹੜੇ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਸੀ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਵੋਟਾਂ ਪਾ ਕੇ ਸਰਕਾਰ ਬਣਾਈ ਸੀ। 4 ਸਾਲ ਦਾ ਸਮਾਂ ਬੀਤ ਚੁੱਕਿਆ, ਉਹਨਾਂ ਵਿੱਚੋਂ ਇੱਕ ਵੀ ਵਾਅਦਾ ਮੌਕੇ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ। ਤੇ ਹੁਣ ਇਹ ਸਰਕਾਰ ਵਕਤ ਕਟੀ ਵਾਲੀ ਨੀਤੀ ਤੇ ਚੱਲ ਰਹੀ ਹੈ। ਕਾਂਗਰਸ ਦੀ ਗੌਰਮੈਂਟ ਨੂੰ ਸ਼ੁਰੂ ਤੋਂ ਹੀ ਮੈਂ ਦੇਖਿਆ ਵਿਕਾਸ ਨਾਲ, ਡਿਵੈਲਪਮੈਂਟ ਦੇ ਨਾਲ ਕੋਈ ਲੈਣ ਦੇਣ ਨਹੀਂ ਰਹਿੰਦਾ। 1947 ਤੋਂ ਬਾਅਦ ਲਗਾਤਾਰ 40 ਸਾਲ ਪੂਰੇ ਦੇਸ਼ ਵਿੱਚ ਸੱਤਾ 'ਚ ਰਹੀ ਕਾਂਗਰਸ। ਇਹ ਉਹ ਸਮਾਂ ਸੀ 40 ਸਾਲ ਦਾ ਜਦੋਂ ਇਸ ਦੇਸ਼ ਨੂੰ, ਦੇਸ਼ ਦੇ ਇਕੱਲੇ ਇਨਸਾਨ ਨੂੰ ਪੈਰਾਂ 'ਤੇ ਖੜਾ ਕਰ ਸਕਦੀ ਸੀ। ਲੇਕਿਨ ਅੱਜ ਵੀ 73-74 ਸਾਲ ਤੋਂ ਬਾਅਦ ਤੁਸੀਂ ਵੇਖ ਲਓ ਵੀ ਕਿੰਨੀ ਗਰੀਬੀ ਆ, ਕਿੰਨੀ ਅਨਪੜ੍ਹਤਾ ਆ, ਕਿੰਨੀ ਬੇਰੁਜ਼ਗਾਰੀ ਆ। ਅੱਜ ਵੀ ਲੋਕ ਬਿਨਾਂ ਛੱਤ ਦੇ ਰਹਿ ਰਹੇ ਆ। ਅੱਜ ਵੀ ਦੇਸ਼ 'ਚ ਲੋਕ ਜਿਹੜੇ ਆ ਬਿਨਾਂ ਕਾਰੋਬਾਰ ਦੇ ਰਹਿ ਰਹੇ ਆ, ਰੋਟੀ ਖਾ ਰਹੇ, ਵਕਤ ਕੱਟੀ ਕਰ ਰਹੇ ਆ। ਇਹ ਸਾਰਾ ਕਸੂਰ ਕਾਂਗਰਸ ਪਾਰਟੀ ਦਾ। ਜੇ ਨੀਂਹ ਵਧੀਆ ਭਰੀ ਹੁੰਦੀ, ਵੱਜੀ ਹੁੰਦੀ ਤੇ ਅੱਜ ਦੇਸ਼ ਨੂੰ ਆਹ ਹਾਲਾਤ ਨਾ ਦੇਖਣੇ ਪੈਂਦੇ। ਸੋ ਇਸ ਕਰਕੇ ਕਾਂਗਰਸ ਆਪਣੀ ਮੁੱਢੋਂ ਨਿਰਧਾਰਤ ਨੀਤੀ ਤੇ ਚੱਲਦੀ ਰਹੀ ਆ ਵੀ ਝੂਠੇ ਲਾਰੇ ਲਾਓ, ਨਵੇਂ ਤੋਂ ਨਵੇਂ ਵਾਅਦਾ ਘੜੋ, ਵੋਟਾਂ ਲਾਓ, 5 ਸਾਲ ਆਪਣਾ ਐਸ਼ ਕਰੋ, ਲੁੱਟੋ ਤੇ ਫਿਰ ਚਲੇ ਜਾਓ। ਉਸੇ ਨੀਤੀ ਤੇ ਕੈਪਟਨ ਦੀ ਸਰਕਾਰ ਚੱਲ ਰਹੀ ਆ। ਤੁਸੀਂ ਦੱਸ ਦਿਓ ਵੀ ਕਿਸੇ ਸੈਕਸ਼ਨ ਨੂੰ ਕੁਝ ਮਿਲਿਆ ਹੋਵੇ। ਅੱਜ ਮੁਲਾਜ਼ਮ, ਅੱਜ ਵਿਦਿਆਰਥੀ, ਅੱਜ ਕਿਸਾਨ, ਅੱਜ ਬੇਰੁਜ਼ਗਾਰ, ਅੱਜ ਬੱਚੇ, ਸਾਰੇ ਸੈਕਸ਼ਨਾਂ ਦਾ ਬੁਰਾ ਹਾਲ ਕਰਤਾ ਸਾਡਾ। ਦੱਸਣ ਨੂੰ ਇਹਨਾਂ ਦੇ ਕੋਲ ਕੁਝ ਨਹੀਂ, ਕੋਈ 4 ਸਾਲ ਦੀ ਕੋਈ ਕਾਰਜਕਾਰੀ ਨਹੀਂ, ਕੋਈ ਅਚੀਵਮੈਂਟ ਨਹੀਂ ਜਿਹੜੀ ਇਹ ਪਬਲਿਕ ਨੂੰ ਦੱਸ ਸਕਣ ਜੀ ਅਸੀਂ ਆਹ ਕਰ ਸਕੇ ਤੁਹਾਡੇ ਵਾਸਤੇ, ਇੰਨਾ ਕਰ ਸਕੇ, ਇੰਨਾ ਨਹੀਂ ਕਰ ਸਕੇ। ਇਸ ਕਰਕੇ ਜਿਹੜਾ ਹੁਣ ਅਗਲਾ ਸਾਲ ਚੜ੍ਹ ਰਿਹਾ, ਜਨਵਰੀ ਵਿੱਚ ਵੋਟਾਂ ਹੋਣੀਆਂ, ਲੋਕ ਕਾਂਗਰਸ ਤੋਂ ਪਿੱਛਾ ਛਡਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸ਼ੁਰੂ ਤੋਂ ਹੀ ਜਿਹੜੀ ਆ ਸਾਂਝੀਵਾਲਤਾ, ਸਰਬੱਤ ਦੇ ਭਲੇ ਦੇ ਕਨਸੈਪਟ ਤੇ ਚੱਲਦੀ ਰਹੀ ਆ ਤੇ ਡਿਵੈਲਪਮੈਂਟ ਕੀਤੀ ਆ ਪੰਜਾਬ 'ਚ, ਦਿਖਦੀ ਆ। ਅੱਜ ਵੀ ਲੋਕ ਬਾਦਲ ਸਾਹਿਬ ਦੀ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਆ। ਦੇਖੋ, ਇਸ ਕੋਈ ਸ਼ੱਕ ਨਹੀਂ ਕਿ 10 ਸਾਲ ਦੇ ਕਾਰਜਕਾਲ ਦੇ ਵਿੱਚ ਵਿਕਾਸ ਕਦੀ ਪਰੇਸ਼ਾਨੀ ਨਹੀਂ ਰਹੀ, ਵਿਕਾਸ ਮੁੱਦਾ ਨਹੀਂ ਰਿਹਾ, ਕਿਉਂਕਿ ਵਿਕਾਸ ਬਹੁਤ ਅੱਛਾ ਹੋਇਆ। ਪਰ ਬਰਗਾੜੀ ਵਰਗੇ ਕਾਂਡ ਨੇ ਅਕਾਲੀ ਦਲ ਦੀਆਂ ਜੜ੍ਹਾਂ ਹਿਲਾ ਕੇ ਰੱਖਤੀਆਂ। ਕਿ ਦੁਬਾਰਾ ਜਿਹੜਾ ਆਉਣ ਵਾਲਾ ਇਲੈਕਸ਼ਨ ਹੈ
ਉਸ ਸੈਗਮੈਂਟ 'ਚੋਂ ਜਾਂ ਉਸ ਜਿਹੜੀ ਬਦਨਾਮੀ ਦਾ ਟੋਕਰਾ ਹੈ ਉਹ 'ਚੋਂ ਸ਼੍ਰੋਮਣੀ ਅਕਾਲੀ ਦਲ ਕਿੱਦਾਂ ਸਰਵਾਈਵ ਕਰਕੇ ਬਾਹਰ ਨਿਕਲੇਗਾ? ਕੀ ਕੋਈ ਰਸਤਾ ਹਾਲੇ ਵੀ ਤੁਹਾਨੂੰ ਨਜ਼ਰ ਆਉਂਦਾ? ਦੇਖੋ, ਮੈਂ ਸ਼ੁਰੂ 'ਚ ਤੁਹਾਨੂੰ ਕਿਹਾ ਸੀ ਬਈ ਕਾਂਗਰਸ ਪਾਰਟੀ ਨਵੇਂ ਤੋਂ ਨਵੇਂ ਨਾਅਰੇ ਛੜਯੰਤਰ ਰਚ ਕੇ ਵੋਟਾਂ ਲੈਂਦੀ ਆਈ ਆ ਤੇ ਕਰਦੀ ਕੁਛ ਨਹੀਂ। ਇਹ ਬਰਗਾੜੀ ਵਾਲਾ ਮੁੱਦਾ ਵੀ ਦੇਖੋ, ਅੱਜ ਵੀ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਜਿਹੜੇ ਵੀ ਦੋਸ਼ੀ ਨੇ, ਪਾਪੀ ਨੇ, ਉਹਨਾਂ ਨੂੰ ਸਖਤ ਸਜ਼ਾ ਮਿਲੇ। ਪਰ ਜਿਹੜਾ ਵਿਚਾਰ ਕਰੇ, ਲੋਕ ਵਿਚਾਰ ਕਰਨ ਕਿ ਉਹਦੇ ਵਿੱਚ ਜਿਹੜੇ ਗਵਾਹ ਸੀ, ਬਰਗਾੜੀ 'ਚ, ਬਹਿਬਲ ਕਲਾਂ 'ਚ ਜਿਹੜੇ ਗਵਾਹ ਸੀ, ਉਹਨਾਂ ਦੀ ਕਾਂਗਰਸ ਸਰਕਾਰ ਵਿੱਚ ਹੱਤਿਆ ਕਿਉਂ ਹੋ ਰਹੀ ਆ? ਉਹ ਖੁਦਕੁਸ਼ੀਆਂ ਕਿਉਂ ਕਰ ਰਹੇ ਆ? ਸਰਕਾਰ ਦੇ ਮਿਨਿਸਟਰ, ਸਰਕਾਰ ਦੇ ਐਮਐਲਏ ਕਾਂਗਰਸ ਦੇ, ਉਹਨਾਂ 'ਤੇ ਪ੍ਰੈਸ਼ਰ ਕਿਉਂ ਪਾ ਰਹੇ ਆ? ਇਹਦਾ ਮਤਲਬ ਇਹੀ ਲੋਕ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਇਹੋ ਜਿਹੇ ਮਾੜੇ ਕੁਕਰਮ ਕਰਨ ਵਾਲੇ ਲੋਕ ਸੀ ਤੇ ਉਹਨੂੰ ਰਾਜਨੀਤਿਕ ਤੌਰ 'ਤੇ ਉਛਾਲਣ ਵਾਲੇ ਸੀ ਤਾਂ ਕਿ ਮੌਕੇ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਨੁਕਸਾਨ ਹੋਵੇ। ਤੇ ਤੁਸੀਂ ਇਹ ਦੱਸੋ, ਕਿਹੜੀ ਸਰਕਾਰ ਆ, ਕਿਹੜਾ ਲੀਡਰ ਆ ਜਿਹੜਾ ਉਹ ਆਪਣੀ ਗੌਰਮੈਂਟ ਦੇ ਅੰਦਰ ਕੋਈ ਇਹੋ ਜਿਹੀ ਘਟਨਾ ਕਰਾਊਗਾ ਜਾਂ ਹੋਣ ਦਊਗਾ ਚਾਹੁੰਦੇ ਹੋਏ ਵੀ? ਇਸ ਕਰਕੇ ਲੋਕ ਹੁਣ ਸਮਝਣ ਲੱਗ ਗਏ ਆ ਕਿ ਕਾਂਗਰਸ ਵਾਲੇ ਬਰਗਾੜੀ ਜਾਂ ਬੇਅਦਬੀ ਦਾ ਮੁੱਦਾ ਜਿਹੜਾ ਸੀ ਉਹ ਸਿਰਫ ਵੋਟਾਂ ਲਈ ਵਰਤਿਆ ਇਹਨਾਂ ਨੇ 17 'ਚ, ਫਿਰ ਇਹਨਾਂ ਨੇ 19 'ਚ ਵਰਤਿਆ, 2019 'ਚ ਵੀ ਵਰਤਿਆ, ਤੇ ਹੁਣ ਇਹ ਲੱਗਦਾ ਵੀ ਹੋ ਸਕਦਾ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਵਰਤਣ। ਲੇਕਿਨ ਜਿਹੜੇ ਧਾਰਮਿਕ ਲੋਕ ਆ, ਜਿਹੜੇ ਸਿੱਧੇ ਸੱਚੇ ਸੁੱਚੇ ਲੋਕ ਆ, ਉਹ ਜਾਣਨ ਲੱਗ ਗਏ ਆ ਕਿ ਕਦੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਕਦੀ ਸੋਚ ਵੀ ਨਹੀਂ ਸਕਦਾ ਬਈ ਸਿੱਖ ਧਰਮ ਦੀ ਆਨ ਤੇ ਸ਼ਾਨ ਨੂੰ ਕੋਈ ਧੱਬਾ ਲੱਗੇ, ਨੁਕਸਾਨ ਹੋਵੇ। ਅੱਛਾ, ਉਸ ਦੌਰ ਦੇ ਵਿੱਚ ਜਿਹੜਾ ਬਰਗਾੜੀ ਕਾਂਡ ਵਾਲਾ ਸੇਕ ਸੀ ਉਹ ਤਾਂ ਤੇਜ਼ ਸੀ, ਉਸ ਦੇ ਬਾਵਜੂਦ ਇਲੈਕਸ਼ਨ ਦੇ ਵਿੱਚ 2017 ਵਿੱਚ ਸੱਚੇ ਸੌਦੇ ਵਾਲੇ ਤੋਂ ਸਮਰਥਨ ਲੈਣਾ ਕੀ ਇਹ ਪਾਰਟੀ ਨੂੰ ਭਾਰੀ ਨਹੀਂ ਪਿਆ ਉਸ ਵੇਲੇ? ਦੋਨੀ ਗੱਲਾਂ ਆਪਸ ਮੈਚ ਕਰ ਬਿਲਕੁਲ ਨਹੀਂ ਲਿਆ। ਸੱਚੇ ਸੌਦੇ ਵਾਲੇ ਕੋਲੋਂ ਤਾਂ ਨਹੀਂ, ਕਾਂਗਰਸ ਪਾਰਟੀ, ਇਹ ਤਾਂ ਫੈਕਟ ਹੈ ਜੀ, ਇਹ ਤਾਂ ਉਸ ਵੇਲੇ ਅਖਬਾਰਾਂ ਵਿੱਚ ਮੈਨੂੰ ਦਿਖਾ ਦਿਓ ਕਿ ਅਖਬਾਰਾਂ ਕਿਤੇ ਸਾਰੀਆਂ ਸੱਚ ਹੀ ਲਿਖਦੀਆਂ, ਅਖਬਾਰ ਕਿਤੇ ਕੋਈ ਧਾਰਮਿਕ ਗ੍ਰੰਥ ਆ ਵੀ ਜੋ ਲਿਖ ਦੇਵੇ ਸੱਚ ਹੋ ਜਾਂਦਾ। ਸੱਚਾ ਸੌਦਾ ਜਾਂ ਝੂਠੇ ਸੌਦੇ ਵਾਲਾ ਜਿਹੜਾ ਸੀ, ਇਹ ਕਾਂਗਰਸ ਦਾ ਬੰਦਾ ਸੀ। ਕੌਣ ਨਹੀਂ ਜਾਣਦਾ ਵੀ ਕਾਂਗਰਸ ਦੀ ਸਰਕਾਰ ਨੂੰ, ਕਾਂਗਰਸ ਪਾਰਟੀ ਨੂੰ ਵੋਟਾਂ ਪਾਉਂਦਾ ਸੀ? ਕੌਣ ਨਹੀਂ ਜਾਣਦਾ ਉਹਦਾ ਜਿਹੜਾ ਕੁੜਮ ਸੀ ਉਹ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣਾਂ ਲੜਦਾ ਸੀ? ਬਠਿੰਡੇ ਤੋਂ ਕੌਣ ਨਹੀਂ ਜਾਣਦਾ ਕਿ ਉਸ ਡੇਰੇ ਦੀਆਂ ਡਿਊਟੀਆਂ ਲੱਗਦੀਆਂ ਸੀ ਕਾਂਗਰਸ ਨੂੰ ਵੋਟਾਂ ਪਾਉਣ ਲਈ? ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਂਗਰਸ ਪਾਰਟੀ ਕਰਦੀ ਮਾੜੇ ਕੰਮ ਕਰਤੂਤਾਂ ਆਪ ਆ, ਲੇਕਿਨ ਦੂਜਿਆਂ ਦੇ ਗਲ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਇਹ ਕਾਲੇ ਕਾਨੂੰਨ ਜਿਹੜੇ ਆ, ਇਹ ਕਾਂਗਰਸ ਪਾਰਟੀ ਨੇ ਵੀ 2019 'ਚ ਆਪਣੇ ਮੈਨੀਫੈਸਟੋ 'ਚ ਰੱਖੇ ਸੀ। ਬੀਜੇਪੀ ਨੇ ਆਪਣੇ ਘਟਕ ਦਲਾਂ ਨਾਲ, ਅਲਾਇੰਸ ਪਾਰਟੀਆਂ ਨਾਲ ਸਲਾਹ ਮਸ਼ਵਰਾ ਕੀਤੇ ਬਗੈਰ, ਕਿਸਾਨ ਐਕਸਪਰਟਸ ਦੇ ਨਾਲ ਸਲਾਹ ਕੀਤੇ ਬਗੈਰ ਇਹਨਾਂ ਨੂੰ ਆਰਡੀਨੈਂਸ ਨੂੰ ਜਾਰੀ ਕਰਤਾ। ਆਰਡੀਨੈਂਸ ਵੇਲੇ ਸਾਡੀ ਪਾਰਟੀ ਨੇ ਬੀਜੇਪੀ ਨੂੰ ਕਿਹਾ ਵੀ ਇਹਨਾਂ ਕਾਨੂੰਨਾਂ ਬਾਰੇ ਕਿਸਾਨਾਂ 'ਚ ਸ਼ੰਕੇ ਆ, ਐਕਸਪਰਟਸ ਵਿੱਚ ਸ਼ੰਕੇ ਆ, ਇਹਨੂੰ ਤੁਸੀਂ ਆਰਡੀਨੈਂਸ ਨੂੰ ਜਾਰੀ ਨਾ ਕਰੋ। ਬੀਜੇਪੀ ਦੀ ਗਵਰਨਮੈਂਟ ਨੇ ਕਿਹਾ ਵੀ ਕੋਈ ਬਾਤ ਨਹੀਂ, ਇਹ ਹਾਲੇ ਅਸੀਂ ਆਰਡੀਨੈਂਸ ਜਾਰੀ ਕਰ ਰਹੇ ਹਾਂ, ਜਦੋਂ ਅਸੀਂ ਇਹਨੂੰ ਕਾਨੂੰਨ ਬਣਾਵਾਂਗੇ ਪਾਰਲੀਮੈਂਟ ਦੇ ਅੰਦਰ ਸਤੰਬਰ 'ਚ ਜਾ ਕੇ, ਅਸੀਂ ਸਾਰੇ ਸ਼ੰਕੇ ਦੂਰ ਕਰ ਦਿਆਂਗੇ। ਅਸੀਂ ਅਲਾਇੰਸ ਵਿੱਚ ਸੀਗੇ, ਅਸੀਂ ਕਿਹਾ ਠੀਕ ਆ, ਤੁਸੀਂ ਜਦੋਂ ਬਿੱਲ ਜਿਹੜਾ ਕਾਨੂੰਨ ਦਾ ਰੂਪ ਬਣੂਗਾ, ਐਕਟ ਬਣੂਗਾ ਪਾਰਲੀਮੈਂਟ 'ਚ, ਫਿਰ ਉਦੋਂ ਇਹਨੂੰ ਦੂਰ ਕਰ ਦਿਓ। ਅੱਛਾ, ਉਹ ਜਦੋਂ ਸਤੰਬਰ 'ਚ ਬਿੱਲ ਆ ਗਿਆ ਪਾਰਲੀਮੈਂਟ ਵਿੱਚ ਤੇ ਸਾਡੇ ਉਹਨਾਂ ਨੇ ਸ਼ੰਕੇ, ਕਿਸਾਨਾਂ ਦੇ ਸ਼ੱਕ ਸ਼ੁਬੇ ਦੂਰ ਨਹੀਂ ਕੀਤੇ ਬੀਜੇਪੀ ਦੀ ਗਵਰਨਮੈਂਟ ਨੇ, ਤਾਂ ਅਸੀਂ ਪਾਰਲੀਮੈਂਟ ਵਿੱਚ ਉਹਦਾ ਵਿਰੋਧ ਕੀਤਾ। ਅਸੀਂ ਮਿਨਿਸਟਰੀ ਵੀ ਛੱਡਤੀ, ਅਸੀਂ ਆਪਣਾ ਐਨਡੀਏ ਦਾ 26 ਸਾਲ ਪੁਰਾਣਾ ਨਾਤਾ ਵੀ ਤੋੜਤਾ। ਤੇ ਜੇ ਇਹਨੂੰ ਮੀਡੀਆ ਆਪਣੇ ਤਰੀਕੇ ਨਾਲ ਕੋਈ ਘਸਾ ਘਸੂ ਕੇ ਜਾਂ ਮੋੜ ਕੇ ਪੇਸ਼ ਕਰਦਾ ਕਿਸੇ ਦੇ ਕਹੇ ਤੇ, ਫਿਰ ਉਹਨਾਂ ਦੀ ਮਰਜ਼ੀ, ਉਹਨਾਂ ਦਾ ਜੌਬ। ਚਲੋ ਖੈਰ, ਇਹ ਤਾਂ ਦੱਸੋ ਨਾ ਕਿ ਉਸ ਟਾਈਮ ਦੇ ਉੱਪਰ ਜਦੋਂ ਮੈਂ ਤੁਹਾਡਾ ਇੰਟਰਵਿਊ ਸੁਣਿਆ ਤੁਸੀਂ ਉਹ ਕੋਟ ਕੀਤਾ
ਕਿ कृषि मंत्री ਨੂੰ ਬੁਲਾਇਆ ਗਿਆ, ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ, ਆ ਕੇ ਚੰਡੀਗੜ੍ਹ 'ਚ ਲੋਕਾਂ ਦੀ ਤਸੱਲੀ ਕਰਾਉਣ ਦੀ ਕੋਸ਼ਿਸ਼ ਕੀਤੀ ਸਾਡੀਆਂ ਕੋਸ਼ਿਸ਼ਾਂ ਨਾਲ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਨਾਲ, ਔਰ ਉਸ ਤੋਂ ਬਾਅਦ ਉਹਨਾਂ ਨੇ ਲਿਖਤ ਵਿੱਚ ਚਿੱਠੀ ਵੀ ਦਿੱਤੀ ਤੁਹਾਡੀਆਂ ਕੋਸ਼ਿਸ਼ਾਂ ਨਾਲ। ਦੇਖੋ ਤੁਸੀਂ ਕਿਸੇ ਹੋਰ ਦੀ ਇੰਟਰਵਿਊ ਦੇਖ ਲਈ ਹੋਣੀ ਆ, ਕਿਸੇ ਆਪ ਊਪ ਵਾਲੇ ਦੀ। ਦੇਖੋ ਗੱਲ ਇਹ ਆ ਵੀ ਇਹ ਠੀਕ ਹੈ ਕਿ ਅਸੀਂ ਕੇਂਦਰ ਸਰਕਾਰ ਦੇ ਉੱਤੇ ਲਗਾਤਾਰ ਆਪਣਾ ਜੋ ਸਾਡੀ ਡਿਊਟੀ ਸੀ ਅਸੀਂ ਉਹਨਾਂ ਤੇ ਪ੍ਰੈਸ਼ਰ ਬਣਾ ਕੇ ਰੱਖਿਆ, ਕਿਉਂਕਿ ਅਕਸਰ ਅਸੀਂ ਲੋਕਾਂ ਦੇ ਸਿਰ ਤੇ ਪੋਲਿਟਿਕਸ ਕਰਦੇ ਹਾਂ। ਲੋਕ ਸਾਨੂੰ ਵੋਟਾਂ ਪਾਉਂਦੇ ਤਾਂ ਅਸੀਂ ਜਿੱਤਦੇ ਹਾਂ। ਜਦ ਲੋਕ ਖੁਸ਼ ਨਹੀਂ ਇਸ ਐਕਟ ਤੋਂ, ਕਾਨੂੰਨ ਤੋਂ, ਤੇ ਅਸੀਂ ਕਿੱਦਾਂ ਹੋ ਸਕਦੇ ਹਾਂ। ਅਸੀਂ ਲਗਾਤਾਰ ਜਤਿੰਦਰ ਸਿੰਘ ਤੋਮਰ, ਅਮਿਤ ਸ਼ਾਹ, ਰਾਜਨਾਥ ਸਿੰਘ ਸਾਰਿਆਂ ਨਾਲ ਮੁਲਾਕਾਤ ਕਰਕੇ ਕਹਿੰਦੇ ਰਹੇ ਹਾਂ ਕਿ ਇਹ ਕਾਨੂੰਨ ਜਿਹੜੇ ਆ ਕਿਸਾਨ ਇਹਨਾਂ ਨੂੰ ਮੰਨਦੇ ਨਹੀਂ, ਤੁਸੀਂ ਇਹਨਾਂ ਨੂੰ ਵਾਪਸ ਲੈ ਲਓ। ਲੇਕਿਨ ਉਹ ਅੜੀਅਲ ਰਵੱਈਆ ਸੀ ਉਹਨਾਂ ਦਾ। ਉਹਨਾਂ ਨੂੰ ਲੱਗਦਾ ਕਿ ਅਸੀਂ ਸਾਡੇ ਕੋਲ ਹੁਣ 303 MPs ਦੀ ਮੈਜੋਰਿਟੀ ਆ, ਸਾਨੂੰ ਕਿਸੇ ਘਟਕ ਦੀ ਲੋੜ ਹੀ ਨਹੀਂ। ਸੋ ਇਸ ਕਰਕੇ ਉਹਨਾਂ ਨੇ ਆਪਣੀ ਜਿੱਦ ਤੇ ਕਾਇਮ ਰੱਖੀ। ਅਸੀਂ ਆਪਣਾ ਫਰਜ਼ ਨਿਭਾਇਆ, ਅਸੀਂ ਵਾਪਸ ਗਵਰਨਮੈਂਟ ਵਿੱਚੋਂ ਬਾਹਰ ਆ ਗਏ। ਹਾਲਾਂਕਿ ਇੱਥੇ ਕੋਈ ਸਰਪੰਚੀ ਦੀ ਜਾਂ ਕੋਈ ਹੋਰ ਛੋਟੀ ਮੋਟੀ ਪੋਜੀਸ਼ਨ ਤੋਂ ਵੀ ਉਹਨੂੰ ਅਸਤੀਫਾ ਦੇਣ ਨੂੰ ਤਿਆਰ ਨਹੀਂ ਹੁੰਦਾ ਬੰਦਾ। ਲੇਕਿਨ ਹਾਲੇ 4 ਸਾਲ ਦੀ ਮਿਨਿਸਟਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਈ ਸੀ, ਪਰ ਉਹਨਾਂ ਨੇ ਪਾਰਟੀ ਦਾ ਫੈਸਲਾ ਦੇਖ ਕੇ ਮਿਨਿਸਟਰੀ ਤੋਂ ਵੀ ਅਸਤੀਫਾ ਦਿੱਤਾ ਤੇ ਪਾਰਟੀ ਨੇ BJP ਦਾ ਗਠਬੰਧਨ ਵੀ ਛੱਡ ਦਿੱਤਾ, ਔਰ ਅਸੀਂ ਬਕਾਇਦਾ ਅੰਦੋਲਨ ਵਿੱਚ ਵੀ ਸ਼ਾਮਲ ਹੋਣ ਦਾ ਐਲਾਨ ਕੀਤਾ। ਤੇ ਜੇ ਅਸੀਂ ਅਲਾਇੰਸ ਵਿੱਚ ਸੀ, ਅਲਾਇੰਸ ਵਿੱਚ ਰਹਿ ਕੇ ਅਸੀਂ ਉਹਨਾਂ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਨਾ ਕਰੋ। ਅੱਛਾ, ਇੱਕ ਹੋਰ ਕਈ ਬੰਦੇ ਕਹਿ ਦਿੰਦੇ ਆ, ਕਈ ਪ੍ਰੈਸ ਵਾਲੇ ਵੀ ਕਹਿ ਦਿੰਦੇ ਆ, ਤੁਹਾਡੇ ਵੀ ਸ਼ਾਇਦ ਮਨ 'ਚ ਵਿਚਾਰ ਆਉਂਦਾ ਹੋਵੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ, ਜਦੋਂ ਜੂਨ 'ਚ ਆਰਡੀਨੈਂਸ ਜਾਰੀ ਹੋਇਆ, ਪਹਿਲਾਂ ਕਿਉਂ ਨਹੀਂ ਤੁਸੀਂ ਬਾਹਰ ਆਏ। ਜੇ ਉਸ ਵੇਲੇ ਬੜਾ ਵਿਚਾਰ ਕੀਤਾ ਗਿਆ ਪਾਰਟੀ 'ਚ, ਜੇ ਅਸੀਂ ਪਹਿਲਾਂ ਹੀ ਬਾਹਰ ਆ ਜਾਂਦੇ ਜੂਨ 'ਚ, ਫਿਰ ਕਈਆਂ ਸੱਜਣਾਂ ਨੇ ਕਹਿਣਾ ਸੀ ਤੁਸੀਂ ਇੰਨੀ ਛੇਤੀ ਬਾਹਰ ਕਿਉਂ ਆ ਗਏ, ਤੁਸੀਂ ਆਪਣੀ ਗੱਲ ਤਾਂ ਰੱਖਦੇ ਉਹਨਾਂ ਦੇ ਮੂਹਰੇ ਜਾ ਕੇ, ਤੁਸੀਂ ਵਿੱਚ ਬਹਿ ਕੇ ਲੜਦੇ। ਸੋ ਜਿਹੜਾ ਵਿਰੋਧੀ ਹੁੰਦਾ ਉਹਨੇ ਤਾਂ ਤੁਹਾਡੀ ਹਰ ਹਰਕਤ ਨੂੰ ਨੈਗੇਟਿਵ ਤਰੀਕੇ ਨਾਲ ਦੇਖਣਾ ਹੁੰਦਾ। ਅਸੀਂ ਬੜੇ ਸੋਚ ਵਿਚਾਰ ਕਰਕੇ ਪਹਿਲਾਂ BJP ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਹਾਂ, ਨਹੀਂ ਮੰਨੀ। ਅੜੀਅਲ ਐਡਾਮੈਂਟ ਐਟੀਟਿਊਡ ਸੀ ਨਰਿੰਦਰ ਮੋਦੀ ਦਾ, ਪ੍ਰਧਾਨ ਮੰਤਰੀ ਜੀ ਦਾ। ਅਸੀਂ ਆਪਣਾ ਫਰਜ਼ ਨਿਭਾਤਾ, ਗਾਂਹ ਵੀ ਅਸੀਂ ਨਾਲ ਹਾਂ। ਅੱਛਾ, ਇਹ ਦੱਸੋ ਕਿ ਪੋਲੀਟੀਕਲ ਪਾਰਟੀ ਦੀ ਐਕਟੀਵਿਟੀ ਨੂੰ ਬੰਦ ਕਰ ਦੇਣਾ ਲੋਕਤੰਤਰ ਵਿੱਚ, ਜਾਂ ਉਹਨਾਂ ਦੇ ਲੀਡਰਾਂ ਨੂੰ ਘਰਾਓ ਕਰਕੇ ਘਰੋਂ ਨਾ ਨਿਕਲਣ ਦੇਣਾ, ਜਾਂ ਪਾਰਟੀ ਦਫ਼ਤਰ 'ਤੇ ਅਟੈਕ ਕਰਨਾ, ਇਹ ਲੋਕਤੰਤਰ, ਸੁਸਤ ਲੋਕਤੰਤਰ ਦੇ ਲਿਹਾਜ਼ ਨਾਲ ਤੁਹਾਡੇ ਵਿਚਾਰ 'ਚ ਕੈਸਾ ਹੈ? ਦੇਖੋ ਗੱਲ ਇਹ ਆ, ਮੈਂ ਇਹ ਸਮਝਦਾ ਸਾਨੂੰ ਸਾਡਾ ਸੂਬਾ ਪਹਿਲਾਂ ਆ, ਸੂਬੇ ਦਾ ਮਾਹੌਲ ਪਹਿਲਾਂ ਆ, ਸਾਂਝੀਵਾਲਤਾ, ਭਾਈਚਾਰਕ ਸਾਂਝ, ਸੂਬੇ ਦੀ ਡਿਵੈਲਪਮੈਂਟ ਪਹਿਲਾਂ ਆ। ਪਰ BJP ਨੂੰ ਪੁੱਛੋ ਵੀ BJP ਨੇ ਪੰਜਾਬ ਦੀ ਆਰਥਿਕ ਨਾਕਾਬੰਦੀ ਕਿਉਂ ਕੀਤੀ? ਕੀ BJP ਦਾ ਪੰਜਾਬ ਪ੍ਰਤੀ ਫਰਜ਼ ਖਤਮ ਹੋ ਗਿਆ ਹੁਣ? BJP ਨੇ ਇੱਥੇ ਸਾਰਾ ਉਸ ਵੇਲੇ ਟ੍ਰੇਨਾਂ ਬੰਦ ਕਰਵਾਤੀਆਂ, ਸਾਰਾ ਸਿਸਟਮ ਬੰਦ ਕਰਤਾ, ਆਰਥਿਕ ਟ੍ਰੇਨਾਂ 'ਤੇ ਤਾਂ ਟ੍ਰੇਨ ਟਰੈਕ ਤੋਂ ਰੋਕ ਕੇ ਤਾਂ ਕਿਸਾਨ ਬੈਠਾ ਸੀ, ਕਿੱਦਾਂ ਟ੍ਰੇਨਾਂ ਉਹਨਾਂ ਦੇ ਉੱਪਰ ਚੜ੍ਹਾ ਦਿੰਦੇ? ਤੁਸੀਂ ਦੇਖੋ ਜਦੋਂ ਕਿਸਾਨ ਐਜੀਟੇਸ਼ਨ ਕਰ ਰਹੇ ਸੀ, ਟੋਲ ਪਲਾਜ਼ਿਆਂ 'ਤੇ ਵੀ ਬੈਠੇ ਸੀ। ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਰੇਲ ਟਰੈਕ ਖਤਮ ਕਰਤੇ, ਖਾਲੀ ਕਰਤੇ ਸੀ, ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਜਿਹੜਾ ਸਿਰਫ ਜੰਮੂ ਦਾ ਕਸ਼ਮੀਰ ਦਾ ਕਨੈਕਸ਼ਨ ਖੋਲ੍ਹ ਦਿੱਤਾ, ਲੇਕਿਨ ਬਾਕੀ ਜਿਹੜਾ ਪਿੱਛੋਂ ਕਣਕ ਚੱਕਣੀ ਸੀ, ਝੋਨਾ ਚੱਕਣਾ ਸੀ, ਜਿਹੜਾ ਮੰਡੀ ਜਿਹੜਾ ਸਾਡਾ ਬਾਹਰ ਜਾਣਾ ਸੀ, ਉਹ ਬੰਦ ਕਰਾਤਾ। ਯਾਨੀ ਪੰਜਾਬ ਦਾ ਮਾਲ ਨਾ ਚੱਕਿਆ। ਅਗਰ ਟਰੈਕ ਰੋਕਿਓ ਬੈਠੇ ਤਾਂ ਇਹਦਾ ਕਸੂਰ ਵੀ ਸਰਕਾਰ ਦਾ ਹੈ। ਕੀ ਬਾਤ। ਦੇਖੋ ਗੱਲ ਆ, ਤੁਸੀਂ ਨਾ ਐਗਰੀਕਲਚਰ ਨੂੰ ਸਮਝ ਨਹੀਂ ਰਹੇ, ਸ਼ਹਿਰੀ ਪੱਤਰਕਾਰ। ਤੁਸੀਂ ਜਿਹੜੀ ਰੂਰਲ ਇਕੋਨਮੀ ਹੈ ਨਾ, ਉਹਨੂੰ ਸਮਝ ਨਹੀਂ ਪਾ ਰਹੇ, ਤੇ ਨਾ ਤੁਸੀਂ ਪਿੰਡਾਂ ਦੇ ਜੋ ਮੁਸ਼ਕਲਾਂ ਹੈ ਉਹਨੂੰ ਸਮਝ ਪਾ ਰਹੇ ਹੋ। ਜੇ ਸਰਕਾਰ ਕਸ਼ਮੀਰ ਦਾ ਕਨੈਕਸ਼ਨ ਤਾਂ ਚਲਾ ਰਹੀ ਸੀ ਟ੍ਰੇਨਾਂ, ਜਦੋਂ ਕਿਸਾਨ ਉੱਠ ਗਏ ਸੀ ਟਰੈਕਾਂ ਤੋਂ, ਜੰਮੂ ਕਸ਼ਮੀਰ ਦਾ ਟਰੈਕ ਚੱਲ ਰਿਹਾ ਸੀ, ਲੇਕਿਨ ਮਾਲਵੇ ਦਾ ਜਿੱਥੋਂ ਸਾਡਾ ਅੰਨ ਭੰਡਾਰ ਜਿਹੜਾ ਕਿਸਾਨ ਨੇ ਪੈਦਾ ਕਰਕੇ ਰੱਖਿਆ ਸੀ, ਧਾਂਕਾਂ ਲੱਗੀਆਂ ਸੀ, ਉਹ ਬੰਦ ਕੀਤਾ ਸੀ। 2 ਸੰਗਠਨਾਂ ਨੇ ਨਹੀਂ ਸੀ ਖਾਲੀ ਕੀਤੇ ਜੀ, ਅੱਜ ਤੱਕ ਵੀ ਬੈਠੇ ਆ ਟਰੈਕ ਤੇ। ਦੇਖੋ ਉਹ 2 ਸੰਗਠਨਾਂ ਦਾ ਜਵਾਬ ਤੁਸੀਂ 2 ਸੰਗਠਨਾਂ ਨੂੰ ਪੁੱਛੋ। ਜਿੰਨੇ ਵੀ ਪੰਜਾਬ ਦੇ ਤੋਂ ਆਰਥਿਕ ਨਾਕਾਬੰਦੀ BJP ਨੇ ਕੀਤੀ ਹੈ, ਅਸੀਂ ਉਹਦੀ ਨਿੰਦਾ ਕਰਦੇ ਹਾਂ, ਔਰ ਅਸੀਂ BJP ਦੇ ਇਸ ਅੜੀਅਲ ਰਵੱਈਏ ਦੇ ਖਿਲਾਫ ਹਾਂ। ਕਿਉਂ? ਸਭ ਨੂੰ ਵੋਟਾਂ 'ਤੇ ਖੜਾ ਹੋਣ ਦਾ ਹੱਕ ਆ,
ਪਰ ਸਭ ਦੀ ਡਿਊਟੀ ਵੀ ਬਣਦੀ ਹੈ। ਹੱਕ ਤੁਸੀਂ ਪਹਿਲਾਂ ਦੇਖਦੇ ਆ। ਨਹੀਂ, ਮੈਂ ਇਹ ਸਵਾਲ ਕੀਤਾ ਸੀ ਕਿ ਲੋਕਤੰਤਰਿਕ ਨਜ਼ਰੀਏ ਨਾਲ ਮੈਂ ਦੱਸ ਉਹ ਰਿਹਾ, ਤੁਸੀਂ ਆਪਣਾ ਓਪੀਨੀਅਨ ਪਲੀਜ਼ ਦਿਓ। ਮੈਂ ਦੱਸ ਰਿਹਾ, ਹੱਕ ਅਸੀਂ ਸਮਝਦੇ ਹਾਂ ਕਿ ਮੇਰਾ ਹੱਕ ਆ, ਤੇ ਭਾਈ ਜ਼ਿੰਮੇਵਾਰੀ ਕਿੱਥੇ ਹੈ? ਬੀਜੇਪੀ ਦੀ ਜ਼ਿੰਮੇਵਾਰੀ ਪੰਜਾਬ ਪ੍ਰਤੀ ਨਹੀਂ ਬਣਦੀ, ਲੋਕਾਂ ਪ੍ਰਤੀ, ਕਿਸਾਨਾਂ ਪ੍ਰਤੀ? ਪੰਜਾਬ ਦਾ ਕਿਸਾਨ ਦੁਸ਼ਮਣ ਆ? ਸੋ ਮਸਲਾ ਇਹ ਆ, ਜਦੋਂ ਤਾਂ ਲੋਕਤੰਤਰ ਦੀ ਗੱਲ ਕਰਦੇ ਆ, ਜੇ ਬੀਜੇਪੀ ਕਰੇ ਤਾਂ ਲੋਕਤੰਤਰ, ਜੇ ਬੀਜੇਪੀ ਕਿਸਾਨਾਂ ਨੂੰ ਮਾਓਵਾਦੀ ਕਵੇ, ਵੱਖਵਾਦੀ ਕਹੇ, ਖਾਲਿਸਤਾਨੀ ਕਹੇ, ਫਿਰ ਉਹ ਲੋਕਤੰਤਰ ਕੀ ਆ। ਤੁਸੀਂ ਨਹੀਂ ਮੰਨਦੇ ਕਿ ਖਾਲਿਸਤਾਨ ਦੇ ਐਲੀਮੈਂਟ ਉੱਚ ਹੈਗੇ ਆ? ਕੀ ਤੁਸੀਂ ਨਹੀਂ ਮੰਨਦੇ ਕਿ ਲੈਫਟਿਸਟ ਇਹ ਸਾਰੀ ਗਤੀਵਿਧੀਆਂ ਨੂੰ ਸੰਚਾਲਿਤ ਕਰ ਰਹੇ ਆ? ਲੈਫਟਿਸਟ ਹੋਣਾ ਅਲੱਗ ਗੱਲ ਆ, ਖਾਲਿਸਤਾਨੀ ਹੋਣਾ ਅਲੱਗ ਗੱਲ ਆ। ਖਾਲਿਸਤਾਨ ਜਦ ਇਹ ਐਜੀਟੇਸ਼ਨ ਦਾ ਸੰਬੰਧ ਹੀ ਕੋਈ ਨਹੀਂ ਉਸ ਗੱਲ ਨਾਲ, ਜਦ ਇਹ ਅੰਦੋਲਨ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਕੇਂਦਰਿਤ ਆ, ਤੇ ਬੀਜੇਪੀ ਦਾ ਗੋਦੀ ਮੀਡੀਆ ਕਿਉਂ ਰੌਲਾ ਪਾ ਰਿਹਾ? ਗੋਦੀ ਮੀਡੀਆ ਕਹੋ ਜਾਂ ਮੋਦੀ ਮੀਡੀਆ ਕਹੋ, ਉਹ ਤਾਂ ਤੁਸੀਂ ਕਹਿ ਸਕਦੇ ਹੋ, ਲੇਕਿਨ ਮੇਰਾ ਸਵਾਲ ਇਹ ਹੈ ਕਿ ਜੋ ਗੁਰਪਤਵੰਤ ਸਿੰਘ ਪੰਨੂ ਜਿਸ ਕਿਸਮ ਦੇ ਮੈਸੇਜ 2020 ਰੈਫਰੈਂਡਮ ਔਰ ਉਸ ਤੋਂ ਬਾਅਦ ਉੱਪਰ ਜਿਹੜਾ ਅਮਰੀਕਾ ਦੇ ਟਾਵਰ ਦੇ ਉੱਪਰ ਜਿਹੜਾ ਐਡ ਸਭ ਤੋਂ ਮਹਿੰਗਾ ਲੱਗਦਾ, ਜਿਹੜਾ ਇੰਡੀਅਨ ਰੁਪੀਜ਼ ਦੇ ਹਿਸਾਬ ਨਾਲ 20-25 ਸੈਕਿੰਡ ਦਾ ਦਿਖਾਉਣ ਦਾ 10.5 ਲੱਖ 12 ਲੱਖ ਰੁਪਏ ਲੱਗਦਾ, ਉੱਤੇ ਲਿਖਦਾ ਕਿ ਉੱਪਰ ਕਿਸਾਨ ਤੇ ਥੱਲੇ ਖਾਲਿਸਤਾਨ। ਇਹ ਕਨੈਕਸ਼ਨ ਲਾਲ ਕਿਲ੍ਹੇ ਦੇ ਉੱਪਰ ਜਿਹੜੀਆਂ ਘਟਨਾਵਾਂ ਹੋਈਆਂ, ਉਹ ਚੀਜ਼ਾਂ ਕੀ ਤੁਸੀਂ ਇਹਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰਕੇ ਕਹੋਗੇ ਕਿ ਖਾਲਿਸਤਾਨ ਜਾਂ ਕਿਸੇ ਲੈਫਟਿਸਟ ਦਾ ਕੋਈ ਰੋਲ ਨਹੀਂ ਹੈ? ਮੋਦੀ ਤੇ ਸ਼ਾਹ ਨੂੰ ਤੁਸੀਂ ਅਪੀਲ ਕਰੋ, ਤੁਹਾਡੀ ਮੰਨਦੇ ਆ, ਉਹਨੂੰ ਕਹੋ ਗੁਰਪਤਵੰਤ ਪੰਨੂ ਨੂੰ ਲੈ ਕੇ ਆਉਣ ਉੱਥੋਂ। ਤਾਕਤਵਰ ਆ ਇਹ, ਬੜੀ ਤਾਕਤ ਆ ਦੋਨਾਂ ਬੰਦਿਆਂ 'ਚ, ਲਿਆਉਣ ਉੱਥੇ ਉਹਨੂੰ। ਅਸੀਂ ਇਹਦਾ ਜਵਾਬ ਕੀ ਦੇ ਸਕਦੇ ਹਾਂ? ਉਹ ਜਿੰਨੇ ਮਰਜ਼ੀ ਜੋ ਮਰਜ਼ੀ ਐਡਾਂ ਲਾਵੇ ਆਪਣੀ, ਅਮਰੀਕਾ 'ਚ ਅਸੀਂ ਕੀ ਦਖਲ ਦੇ ਸਕਦੇ ਹਾਂ? ਸੋ ਗੱਲ ਇਹ ਆ, ਦੇਖੋ ਜਿਹੜੀ ਐਜੀਟੇਸ਼ਨ ਚੱਲ ਰਹੀ ਆ, ਉਹਦਾ ਗਲਤ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ ਬੀਜੇਪੀ ਨੇ, ਤਾਂ ਕਿ ਕਾਮਯਾਬ ਨਾ ਹੋਵੇ। ਲੇਕਿਨ ਸਾਰੇ ਪੰਜਾਬ ਨੇ ਇਕਜੁੱਟਤਾ ਦਿਖਾਈ ਆ ਬੀਜੇਪੀ ਨੂੰ ਛੱਡ ਕੇ, ਗੋਦੀ ਮੀਡੀਆ ਨੂੰ ਛੱਡ ਕੇ, ਬਾਕੀ ਸਾਰੇ ਪੰਜਾਬ ਨੇ ਇੱਕ ਸੁਰਤਾ ਦਿਖਾਈ ਆ। ਦਲਿਤਾਂ ਨੇ, ਗਰੀਬਾਂ ਨੇ, ਸ਼ਡਿਊਲ ਕਾਸਟਾਂ ਨੇ, ਮਜ਼ਦੂਰਾਂ ਨੇ, ਛੋਟੇ ਦੁਕਾਨਦਾਰਾਂ ਨੇ, ਕਾਰੋਬਾਰੀਆਂ ਨੇ ਬੜੀ ਏਕਤਾ ਦਿਖਾਈ, ਜਿਹਦੇ ਕਰਕੇ ਇਹ ਸਾਰੀ ਐਜੀਟੇਸ਼ਨ ਅੰਦੋਲਨ ਲਗਾਤਾਰ ਕਾਮਯਾਬੀ ਨਾਲ ਚੱਲ ਰਿਹਾ। ਬਲਕਿ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਨੇ ਵੀ ਆਪਣੀ ਸੋਲੀਡੈਰਿਟੀ ਦਿਖਾਈ ਹੈ, ਅਸੀਂ ਉਹਦਾ ਬੜਾ ਧੰਨਵਾਦ ਕਰਦੇ ਹਾਂ। ਚਲੋ, ਆਪਣੀ ਸਿਆਸਤ ਦੀ ਜਿਹੜੀ ਸਫ਼ਰ ਹੈ ਤੁਹਾਡਾ, ਹੁਣ ਵੀ 30-32 ਸਾਲ ਦਾ ਸਫ਼ਰ ਤਾਂ ਲਗਭਗ ਹੋ ਹੀ ਗਿਆ। ਇਸ ਸਿਆਸਤ ਦੇ ਸਫ਼ਰ ਦੇ ਵਿੱਚ ਤੁਸੀਂ ਸਿਆਸਤ ਦਾ ਅਸਲੀ ਮਤਲਬ ਅੱਜ ਤੱਕ ਕੀ ਸਮਝ ਪਾਏ ਹੋ? ਇਹ ਇੱਕ ਸੰਦੇਸ਼ ਦੇ ਤੌਰ 'ਤੇ ਜਾਂਦੇ ਜਾਂਦੇ ਆਪਣੇ ਜਿਹੜੇ ਤੁਹਾਡੇ ਚਾਹਣ ਵਾਲੇ ਨੂੰ ਦੱਸੋ। ਦੇਖੋ, ਗੱਲ ਹੈ ਸਿਆਸਤ ਦੇ ਵੀ ਕਈ ਮਾਇਨੇ ਆ। ਆਮ ਕਰਕੇ ਅੱਜ ਦੀ ਜਨਰੇਸ਼ਨ ਸਿਆਸਤ ਵਰਡ ਜਿਹੜੀ ਆ, ਪੋਲੀਟਿਕਸ ਜਿਹੜੀ ਆ, ਉਹਨੂੰ ਇੱਕ ਮਾੜੀ ਨਜ਼ਰੀਏ ਨਾਲ ਦੇਖਣ ਲੱਗ ਗਈ ਹੈ। ਪੋਲੀਟਿਕਸ ਪੜ੍ਹਾਈ ਜਾਂਦੀ ਆ, ਪੋਲੀਟੀਕਲ ਸਾਇੰਸ ਆ ਇਹ। ਮੈਂ ਸਮਝਦਾ ਵੀ ਮੇਰੇ ਵਾਸਤੇ ਜਿਹੜੀ ਇਹ ਸਿਆਸਤ ਆ, ਇੱਕ ਕੰਮ ਆ, ਮੇਰਾ ਸੱਚਾ ਸੁੱਚਾ ਕਿੱਤਾ ਆ, ਮੇਰੀ ਸੇਵਾ ਭਾਵਨਾ ਜਿਹੜੀ ਆ, ਮੈਂ ਇਹਦੇ ਵਿੱਚ ਲਾਉਣਾ। ਜੇ ਤੁਹਾਡੀ ਸਿਆਸਤ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਆ, ਪਬਲਿਕ ਦੇ ਹਿੱਤ 'ਚ ਆ, ਲੋਕਾਂ ਦੇ ਹਿੱਤ 'ਚ ਆ, ਵਿਕਾਸ ਦੇ ਹਿੱਤ 'ਚ ਆ, ਸਾਂਝੀਵਾਲਤਾ, ਭਾਈਚਾਰਕ ਸਾਂਝ ਦੇ ਹਿੱਤ 'ਚ ਆ, ਤਾਂ ਮੈਂ ਸਮਝਦਾ ਇਹੋ ਜਿਹੀ ਪੋਲੀਟਿਕਸ ਕਰਨੀ ਚਾਹੀਦੀ ਆ, ਸਿਆਸਤ ਕਰਨੀ ਚਾਹੀਦੀ ਹੈ। ਮੈਂ ਇਹੀ ਅੱਜ ਤੱਕ ਕੋਸ਼ਿਸ਼ ਕੀਤੀ ਆ ਕਿ ਆਪਾਂ ਇਹ ਦੁਨੀਆ ਜਿਹੜੀ ਹੈ, ਤੇ ਕਿਸੇ ਦਾ ਪੱਕਾ ਰਾਜ ਤਾਂ ਰਿਹਾ ਨਹੀਂ। ਇਹ ਜ਼ਮੀਨ ਜਿਹੜੀ ਹੈ, ਇਹਦਾ ਪੱਕਾ ਮਾਲਕ ਕੋਈ ਅੱਜ ਤੱਕ ਰਿਹਾ ਹੀ ਨਾ ਰਹਿਣਾ ਗਾ। ਇਸ ਕਰਕੇ ਜਿੰਨੀ ਵੀ ਦੇਰ ਆਪਾਂ ਇੱਥੇ ਆਉਂਦੇ ਆ, ਜਿੰਨਾ ਵੀ ਆਪਾਂ ਨੂੰ ਉਹ ਪਰਮਾਤਮਾ ਵਾਹਿਗੁਰੂ ਟਾਈਮ ਦਿੰਦਾ, ਉਨੀ ਕੁ ਦੇਰ ਆਪਾਂ ਪੋਜ਼ਿਟਿਵ ਤਰੀਕੇ ਨਾਲ ਇੱਥੇ ਆਪਣਾ ਕੰਟਰੀਬਿਊਟ, ਯੋਗਦਾਨ ਪਾ ਕੇ ਜਾਈਏ, ਤਾਂ ਕਿ ਸਾਡੇ ਤੋਂ ਬਾਅਦ 'ਚ ਵੀ ਜਿਹੜੀਆਂ ਜਨਰੇਸ਼ਨਸ ਹੋਣੀਆਂ, ਉਹਨਾਂ ਦੇ ਵਿੱਚ ਆਪਾਂ ਜ਼ਹਿਰ ਦੇ ਬੀਜ ਨਾ ਬੀਜ ਕੇ ਜਾਈਏ, ਪਿਆਰ ਦੇ ਤੇ ਮੁਹੱਬਤ ਦੇ ਬੀਜ ਬੀਜੀਏ। ਇਹੋ ਜਿਹੀ ਪੋਲੀਟਿਕਸ ਹੋਵੇ, ਸਿਆਸਤ ਹੋਵੇ, ਤਾਂ ਬਹੁਤ ਚੰਗੀ ਗੱਲ ਹੈ। ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ, ਔਰ ਸਾਰੀ ਨਵੀਂ ਜਨਰੇਸ਼ਨ ਨੂੰ ਇਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਹੈ। ਨਵੀਂ ਜਨਰੇਸ਼ਨ ਨੂੰ ਤਾਂ ਆਪਾਂ ਇਹ ਸਿਖਾ ਰਹੇ ਹਾਂ ਵੀ ਸਿਆਸਤ ਬਹੁਤ ਮਾੜੀ ਚੀਜ਼ ਹੈ, ਪੋਲੀਟਿਕਸ ਤਾਂ ਬਹੁਤ ਮਾੜੀ ਚੀਜ਼ ਹੈ, ਇਹ ਤਾਂ ਕੋਈ ਕ੍ਰਾਈਮ ਹੈ, ਉਹਦੇ ਨਾਲ ਆਪਣਾ ਨੁਕਸਾਨ ਹੋ ਰਿਹਾ। ਬਲਕਿ ਚੰਗੇ ਸੱਚੇ ਸੁੱਚੇ ਪਰਿਵਾਰ, ਚੰਗੇ ਮੁੰਡੇ ਇਹਦੇ ਵਿੱਚ ਹਿੱਸਾ ਲੈਣ, ਤਾਂ ਕਿ ਹੋਰ ਜੇ ਕੋਈ ਗੰਦਲੀ ਆ, ਜੇ ਕੋਈ ਮਾੜੀ ਆ, ਤਾਂ ਇਹਨੂੰ ਸਾਫ਼ ਕੀਤਾ ਜਾਏ। ਇਸ ਤੋਂ ਇਲਾਵਾ ਆਪਾਂ ਲੋਕਤੰਤਰ 'ਚ
ਲੋਕਤੰਤਰ ਤੋਂ ਇਲਾਵਾ ਆਪਣੇ ਕੋਲ ਹੋਰ ਕੋਈ ਤਰੀਕਾ ਹੀ ਨਹੀਂ ਕਿ ਆਪਾਂ ਕਿੱਦਾਂ ਖਿੱਤੇ ਨੂੰ ਸਾਂਭ ਕੇ ਰੱਖਣਾ। ਨਾ ਫੌਜੀ ਰਾਜ ਇੱਥੇ ਸੂਟ ਕਰਦਾ, ਨਾ ਕੈਪੀਟਲਿਜ਼ਮ ਇੱਥੇ ਸੂਟ ਕਰਦਾ, ਨਾ ਇੱਥੇ ਕੋਈ ਰਾਜਾਸ਼ਾਹੀ ਸੂਟ ਕਰਦੀ ਹੈ। ਲੋਕਤੰਤਰ ਇਜ਼ ਦਾ ਓਨਲੀ ਵੇ। ਇੱਕੋ ਇੱਕ ਮੈਥਡ ਆ, ਤਾਂ ਉਹ ਤਾਂ ਹੀ ਲੋਕਤੰਤਰ ਕਾਮਯਾਬ ਹੋ ਸਕਦਾ ਆ ਜੇ ਲੋਕਤੰਤਰ ਨੂੰ ਚਲਾਉਣ ਵਾਲੇ, ਲੋਕਤੰਤਰ ਵਿੱਚ ਪਾਰਟਿਸਿਪੇਟ ਕਰਨ ਵਾਲੇ ਲੋਕ ਜਿਹੜੇ ਆ ਉਹ ਸੱਚੇ ਸੁੱਚੇ ਹੋਣ, ਦੇਸ਼ ਦਾ ਸੋਚਣ, ਲੋਕਾਂ ਦਾ ਸੋਚਣ। ਅੱਜ ਵੀ ਤੁਸੀਂ ਦੇਖੋ, ਤੁਸੀਂ ਮੇਰੇ ਮਿੱਤਰ ਆ, ਅੱਜ ਵੀ ਮੈਂ ਸਾਡਾ ਆਦਮਪੁਰ ਆ ਜਾਂ ਕਰਤਾਰਪੁਰ ਆ ਜਾਂ ਫਲੌਰ ਆ, ਦੁਆਬਾ ਜਿਹੜਾ ਪਾਰਟ ਆ, ਅੱਜ ਵੀ ਦੁਆਬੇ 'ਚ ਲੋਕ ਜਿਹੜੇ ਵਸਿੰਦੇ ਪੰਜਾਬੀ ਇੱਥੇ ਦੇ ਵਸਿੰਦੇ, ਅੱਜ ਵੀ ਉਹ ਬਹੁਤ ਮਾੜੀ ਘਰੇਲੂ ਹਾਲਾਤਾਂ ਵਿੱਚ ਰਹਿ ਰਹੇ, ਜਿਨ੍ਹਾਂ ਦੇ ਸਿਰ 'ਤੇ ਅੱਜ ਵੀ ਕਾਨਿਆਂ ਦੀ ਛੱਤ ਆ, ਅੱਜ ਵੀ ਟੀਨਾਂ ਦੀ ਛੱਤ ਆ, ਅੱਜ ਵੀ ਉਹਨਾਂ ਕੋਲ ਇਲਾਜ ਕਰਾਉਣ ਲਈ ਪੈਸਾ ਨਹੀਂ, ਅੱਜ ਵੀ ਉਹਨਾਂ ਕੋਲ ਚੰਗੀ ਰੋਟੀ ਖਾਣ ਦਾ ਕੋਈ ਸਾਧਨ ਨਹੀਂ ਆ। ਸਾਡੇ ਲਾਗੇ ਲੇਡੀਜ਼ ਰੋਟੀਆਂ ਪਕਾ ਰਹੀਆਂ ਉੱਧਰ, ਅਤੇ ਉਹ ਮਤਲਬ ਤੁਸੀਂ ਕਿਤੇ ਵੀ ਇਹੋ ਜਿਹੇ ਪਰ ਇਸੇ ਦੁਆਬੇ ਤੋਂ ਬਾਹਰ ਵੀ ਤਾਂ ਵਿਦੇਸ਼ ਵੀ ਤਾਂ ਬਹੁਤ ਸੈਂਕੜੇ ਹਜ਼ਾਰਾਂ ਕੁ ਲੱਖਾਂ ਲੋਕ ਗਏ ਆ। ਜਿਹੜੇ ਸਾਡੇ ਪੰਜਾਬੀ ਵਿਦੇਸ਼ਾਂ 'ਚ ਗਏ ਆ, ਉੱਥੇ ਜਾ ਕੇ ਉਹਨਾਂ ਨੇ ਕਾਮਯਾਬੀ ਦੇ ਝੰਡੇ ਵੀ ਗੱਡੇ ਆ, ਕਾਰੋਬਾਰ 'ਚ ਵੀ, ਪੋਲੀਟਿਕਸ ਵਿੱਚ ਵੀ। ਉਹ ਉਹਨਾਂ ਦੀ ਮਿਹਨਤ ਆ, ਉਹਨਾਂ ਦਾ ਟੈਲੈਂਟ ਆ, ਉਹਨਾਂ ਨੇ ਉੱਥੇ ਕੰਮ ਵੀ ਕੀਤਾ, ਪਹਿਲਾਂ ਮਜ਼ਦੂਰੀਆਂ ਵੀ ਕੀਤੀਆਂ ਜਾ ਕੇ। ਬਤੌਰ ਪੋਲੀਟੀਸ਼ੀਅਨ ਇਹ ਦੱਸੋ ਕਿ ਇਸ ਕਿਸਮ ਦੇ ਹਾਲਾਤ ਜਿਹੜੇ ਉੱਥੇ ਪ੍ਰੋਵਾਈਡ ਕੀਤੇ ਜਾਂਦੇ ਆ ਲੋਕਾਂ ਨੂੰ ਸਫਲ ਹੋਣ ਵਾਸਤੇ, ਇੱਥੇ ਉਹ ਚੀਜ਼ ਪ੍ਰੋਵਾਈਡ ਕਰਨ ਦੇ ਵਿੱਚ ਪੋਲੀਟੀਕਲ ਜਮਾਤ ਕਿਉਂ ਫੇਲ ਹੋਈ? ਦੇਖੋ, ਮੈਂ ਤੁਹਾਡਾ ਸਵਾਲ ਸੀ ਪਹਿਲਾਂ ਵੀ, ਬੰਦੇ ਕਾਮਯਾਬ ਵੀ ਹੁੰਦੇ, ਬਾਹਰ ਵੀ ਜਾਂਦੇ। ਬਿਲਕੁਲ, ਬਾਹਰ ਭੇਜਣ ਵਿੱਚ ਕਿਸੇ ਸਰਕਾਰ ਦਾ ਕੋਈ ਯੋਗਦਾਨ ਨਹੀਂ ਰਿਹਾ। ਮੇਰੇ ਬਹੁਤ ਸਾਰੇ ਰਿਸ਼ਤੇਦਾਰ ਦੁਬਈ, ਸਾਊਦੀ ਅਰਬ ਤੋਂ ਇੰਗਲੈਂਡ, ਅਮਰੀਕਾ ਤੱਕ ਗਏ ਆ, ਪਰ ਉਹਦੇ ਵਿੱਚ ਗਵਰਨਮੈਂਟ ਦਾ ਕੋਈ ਯੋਗਦਾਨ ਨਹੀਂ। ਉਹ ਆਪ ਰਿਸਕ ਲੈ ਕੇ ਗਏ ਆ, ਡੌਂਕੀਆਂ ਲਾ ਕੇ ਗਏ ਆ, ਬਾਰਡਰ ਪਾਰ ਕਰਕੇ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰਾਂ ਲਈ ਰਿਸਕ ਲੈ ਕੇ ਗਏ ਆ। ਗਵਰਨਮੈਂਟ ਦਾ ਕੀ ਉਹ 'ਚ ਦੇਣ ਆ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਦਾ। ਅਤੇ ਉਹ ਰਿਸਕ ਲੈ ਕੇ ਉਹਨਾਂ ਨੇ ਉੱਥੇ ਪਹੁੰਚ ਕੀਤੀ ਆ, ਅਤੇ ਉਹ ਕਾਮਯਾਬ ਹੋਏ ਆ। ਬਾਅਦ ਵਿੱਚ ਆਪਣੇ ਮਕਾਨ ਬਣਾਏ ਆਣ ਕੇ, ਇੱਥੇ ਬੱਚੇ ਪੜ੍ਹਾਏ ਆ, ਨੌਕਰੀਆਂ 'ਤੇ ਲਵਾਏ ਆ। ਉਹ ਇਸ ਕਰਕੇ ਜਿਹੜੇ ਲੋਕ ਸੱਤਾ 'ਚ ਰਹੇ ਆ ਪਹਿਲੇ 40 ਸਾਲ, ਜਿਹੜੀ ਮੈਂ ਗੱਲ ਕੀਤੀ ਆ, ਉਹਨਾਂ ਲੋਕਾਂ ਨੇ ਜੋ ਸਿੱਖਿਆ ਦੇਣੀ ਸੀ, ਜੋ ਨੀਂਹ ਭਰਨੀ ਸੀ ਮਜ਼ਬੂਤ ਐਜੂਕੇਸ਼ਨ ਦੀ, ਲੋਕਾਂ ਨੂੰ ਇਹ ਭਾਵਨਾ ਪੈਦਾ ਕਰਨ ਦੀ ਲੋੜ ਸੀ ਵੀ ਇਹ ਆਪਣਾ ਘਰ ਆ ਦੇਸ਼, ਉਹ ਕੀਤੀ ਨਹੀਂ। ਅਤੇ ਨਾ ਲੋਕਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ। ਸਿਰਫ ਵੋਟਾਂ ਦੇ ਰਾਜ ਵਿੱਚ ਬਸ ਵੋਟਾਂ ਨੂੰ ਇਹ ਸਮਝ ਲਿਆ ਕਿ ਇਹਨਾਂ ਕੋਲੋਂ ਪਾਵਰ ਲਓ 5 ਸਾਲ ਬਾਅਦ, ਅਤੇ ਕਰਪਸ਼ਨ ਕਰੋ, ਖਜ਼ਾਨੇ ਭਰੋ, ਬੈਂਕਾਂ ਦੇ ਖਾਤੇ ਬਾਹਰ ਖਿਲਾ ਲਓ ਸਵਿਸ ਬੈਂਕ ਵਿੱਚ, ਜਾਂ ਬਾਹਰ ਆਈਲੈਂਡ ਲੈ ਲਓ। ਜਿੱਦਾਂ ਹੁਣ ਤੁਹਾਨੂੰ ਪਤਾ ਹੀ ਇੱਕ ਚੱਲਦਾ, ਆਪਣੇ ਮੁੱਖ ਮੰਤਰੀ ਜੀ ਦੇ ਬੇਟੇ ਦਾ ਵੀ ਚੱਲਦਾ ਕਿ ਉਹਨਾਂ ਨੇ ਬਾਹਰ ਉੱਥੇ ਕਿਤੇ ਕੋਈ ਆਈਲੈਂਡ ਖਰੀਦ ਲਿਆ, ਆਈਲੈਂਡ ਜਿਹੜਾ ਪੀਸ ਆਫ ਲੈਂਡ, ਅਤੇ ਉਹ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦਾ ਆ, ਮੈਨੂੰ ਪਤਾ ਨਹੀਂ। ਪਰ ਇਹੋ ਜਿਹੀਆਂ ਕਰਤੂਤਾਂ ਹੋਈਆਂ ਆ ਸਾਡੇ ਮੁਲਕ 'ਚ, ਵੱਡੇ ਵੱਡੇ ਕਾਂਡ ਹੋਏ ਇਸ ਮੁਲਕ 'ਚ। ਕੀ ਹੱਲ ਹੈ ਇਹਦਾ? ਇਹਦਾ ਹੱਲ ਇਹ ਆ ਵੀ ਤੁਸੀਂ ਪੋਲੀਟਿਕਸ ਨੂੰ ਸਹੀ ਹੱਥਾਂ ਵਿੱਚ ਲੈ ਕੇ ਜਾਣ ਲਈ ਮਦਦ ਕਰੇ ਮੀਡੀਆ। ਅਤੇ ਮੀਡੀਆ ਆਉਣ ਵਾਲੀ ਜਿਹੜੀ ਜਨਰੇਸ਼ਨ ਆ, ਜਾਂ ਪ੍ਰੈਜ਼ੈਂਟ ਯੰਗ ਜਨਰੇਸ਼ਨ ਆ, ਉਹਦੇ ਵਿੱਚ ਪੋਜ਼ੀਟਿਵਿਟੀ ਭਰੇ, ਤਾਂ ਕਿ ਨਵੇਂ ਬੱਚੇ ਪੋਲੀਟਿਕਸ ਵਿੱਚ ਆਉਣ, ਨਵੇਂ ਨੌਜਵਾਨ ਬੱਚੇ ਜਿਹੜੇ ਆ ਸਿਆਸਤ 'ਚ ਆ ਕੇ ਸੇਵਾ ਭਾਵਨਾ ਨਾਲ ਕੰਮ ਕਰਨ। ਇੱਥੇ ਪੈਸੇ ਦੀਆਂ ਬੋਰੀਆਂ ਜਾਂ ਸਟੋਰ ਭਰਨ ਨਾਲ, ਬੈਂਕਾਂ ਭਰਨ ਨਾਲ ਕੁਛ ਨਹੀਂ ਇੱਥੇ ਰਹਿ ਜਾਣੀਆਂ। ਤਾਂ ਮੈਨੂੰ ਇੱਕ ਬੰਦਾ ਦੱਸਦਾ ਸੀ ਕਿ ਪਤਾ ਨਹੀਂ ਕਿਹੜੀ ਕੋਈ ਫਾਈਨੈਂਸ ਕੰਪਨੀ ਸੀ ਪਹਿਲਾਂ, ਉਹ ਹੁਣ ਬੈਂਕ ਦਾ ਰੂਪ ਲੈ ਗਈ ਆ, ਉਹਦੇ ਵਿੱਚ ਬਹੁਤ ਸਾਰਾ ਪੈਸਾ ਵਿਦੇਸ਼ੀ ਪੰਜਾਬੀਆਂ ਦਾ ਪਿਆ। ਉਹ ਉੱਥੇ ਮਾਰੀ ਗਏ ਵਿਚਾਰੇ, ਪੂਰੇ ਹੋ ਗਏ। ਉਹਨਾਂ ਦੇ ਗਾਂਹ ਜਨਰੇਸ਼ਨਸ ਨੂੰ ਪਤਾ ਹੀ ਨਹੀਂ ਕਿ ਸਾਡੇ ਬਾਬਿਆਂ ਦਾ ਪੈਸਾ ਕਿੱਥੇ ਪਿਆ। ਪੈਸਾ ਪਿਆ ਰਹਿ ਜਾਂਦਾ, ਜ਼ਮੀਨਾਂ ਪਈਆਂ ਰਹਿ ਜਾਂਦੀਆਂ, ਫੈਕਟਰੀਆਂ ਪਈਆਂ ਰਹਿ ਜਾਂਦੀਆਂ, ਹੀਰੇ ਜਵਾਹਰਾਤ ਰਹਿ ਜਾਂਦੇ ਆ, ਪਤਾ ਨਹੀਂ ਗਾਂਹ ਉਹਦਾ ਮਾਲਕ ਕਿੰਨੇ ਬਣ। ਲੇਕਿਨ ਆਪਾਂ ਜਿੰਨੀ ਦੇਰ ਇੱਥੇ ਹੈਗੇ ਆ, ਉਨੀ ਦੇਰ ਸੇਵਾ ਨਾਲ ਕੰਮ ਕਰੀਏ, ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੇ 'ਤੇ ਮਾਣ ਕਰਨੀਆਂ ਵੀ ਸਾਡਾ ਕੋਈ ਬਜ਼ੁਰਗ ਸੀਗਾ, ਚੰਗੇ ਕੰਮ ਕਰ ਗਿਆ। ਥੈਂਕ ਯੂ। ਇਹ ਸੀ ਪਵਨ ਟੀਨੂ ਜੀ, ਔਰ ਆਪਣੇ ਅੰਦਾਜ਼ ਉਸੇ ਹੀ ਤੇਵਰ ਨਾਲ ਇਹਨਾਂ ਨੇ ਆਪਣੇ ਹਰ ਸਵਾਲ ਦਾ ਜਵਾਬ ਦਿੱਤਾ। ਅੱਜ ਅਸੀਂ ਇਹਨਾਂ ਦੇ ਆਦਮਪੁਰ ਹਲਕੇ 'ਚ ਬੈਠੇ ਹਾਂ ਔਰ ਇਹਨਾਂ ਨਾਲ ਗੱਲਬਾਤ ਕੀਤੀ। ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ, ਇਹ ਇੰਟਰਵਿਊ ਦੇਖਣ ਵਾਲਿਆਂ ਨੂੰ ਪਸੰਦ ਆਏਗੀ। ਬਹੁਤ ਬਹੁਤ ਸ਼ੁਕਰੀਆ।